ਸ੍ਰੀ ਅਕਾਲ ਜੀ ਆਇਆਂ ਨੂੰ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ। ਸੋ ਟੋਰਾਂਟੋ ਸਮੇਂ ਮੁਤਾਬਕ ਪੰਜਾਬ ਟੀਵੀ ਤੇ 8 ਵਜੇ ਸਾਡੇ ਲਾਈਵ ਸ਼ੋਅ ਸ਼ੁਰੂ ਹੁੰਦੇ ਆ ਜੀ। 8 ਤੋਂ 9 ਬਲਤੇਜ ਪੰਨੂ ਸਾਹਿਬ, ਰਵਿੰਦਰ ਸਿੰਘ ਤੇ ਪ੍ਰਿੰਸ ਸੰਧੂ ਸਾਹਿਬ ਲੈ ਕੇ ਆਉਂਦੇ ਆ ਅੱਜ ਨਵਾਂ ਪੰਜਾਬ ਤੇ ਇੰਡੀਆ ਦੀ ਗੱਲਬਾਤ ਹੁੰਦੀ ਆ। 9 ਤੋਂ 10 ਵਾਰੀ ਆ ਜਾਂਦੀ ਹੈ ਜੀ ਦੇਸੀ ਰੰਗ ਦੀ। ਦੇਸੀ ਰੰਗ ਦੇ ਵਿੱਚ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡੇ ਮਹਿਮਾਨ ਵੱਖਰੇ ਮਹਿਮਾਨ ਹੁੰਦੇ ਆ ਤੇ ਤੁਹਾਨੂੰ ਹਰ ਜਿਹੜਾ ਅਗਲਾ ਦਿਨ ਆਉਣਾ ਨਾ ਉਸ ਦਿਨ ਦੇ ਮਹਿਮਾਨ ਦਾ ਇੰਤਜ਼ਾਰ ਹੁੰਦਾ ਹੈ, ਕਿਉਂਕਿ ਪ੍ਰੋਗਰਾਮ ਤੋਂ ਬਾਅਦ ਤੁਸੀਂ ਕਾਲ ਕਰਦੇ ਹੋ, ਦੱਸਦੇ ਹੋ। ਬਹੁਤ ਧੰਨਵਾਦ। ਤੇ ਅੱਜ ਵੀਰਵਾਰ ਦਾ ਦਿਨ, ਵੀਰਵਾਰ ਨੂੰ ਹਰਪ੍ਰੀਤ ਜਵੰਦਾ ਸਾਹਿਬ ਵਿਨੀਪੈਗ ਸ਼ਹਿਰ ਤੋਂ ਨਾਲ ਜੁੜਦੇ ਹੁੰਦੇ ਆ ਤੇ ਕਹਾਣੀ ਬਿਲਕੁਲ ਮੇਰੀ ਤੁਹਾਡੀ, ਬਿਲਕੁਲ ਸਾਨੂੰ ਇਦਾਂ ਹੀ ਫੀਲ ਹੁੰਦਾ ਕਿ ਉਹ ਆਪਣੀ ਕਹਾਣੀ ਆ। ਮੇਰੇ ਕਈ ਵਾਰ ਇਦਾਂ ਦੀ ਕਹਾਣੀ ਨੇ ਕਿ ਆਪਣੇ ਆਲੇ ਦੁਆਲੇ ਦੀ ਕਹਾਣੀ ਆ, ਪਰ ਜਿਹੜੀ ਅੱਜ ਕਹਾਣੀ ਸ਼ੇਅਰ ਕਰਨੀ ਆ ਉਹ ਸੰਦੀਪ ਬਰਾੜ ਨੂੰ ਲੱਗਾ ਕਿ ਉਹ ਮੇਰੀ ਕਹਾਣੀ ਆ ਤੇ ਜਦੋਂ ਤੁਸੀਂ ਸੁਣੋਗੇ ਤੁਹਾਨੂੰ ਵੀ ਲੱਗੂਗਾ ਉਹ ਤੁਹਾਡੀ ਕਹਾਣੀ ਆ। ਤੇ ਉਸ ਕਹਾਣੀ ਦੇ ਵਿੱਚ ਜਿਹੜਾ ਸ਼ਬਦ ਆ ਨਾ ਇੱਕ ਗੋਖੜੂ ਤੇ ਮੈਂ ਪਹਿਲੀ ਵਾਰ ਸੁਣਿਆ। ਜਦੋਂ ਕਹਾਣੀ ਕੰਪਲੀਟ ਹੋ ਗਈ ਨਾ ਤੇ ਮੈਂ ਦੋਸਤੋ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਕੁਝ ਸ਼ਬਦ ਜਿਹੜੇ ਹੁੰਦੇ ਆ, ਜਿੱਦਾਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ, ਵੱਖਰੇ ਜਿਹੜੇ ਮਾਝਾ, ਮਾਲਵਾ, ਦੁਆਬਾ, ਉਹ ਬੋਲੀ ਦੇ ਵਿੱਚ ਕੁਝ ਫਰਕ ਹੁੰਦਾ ਹੈ। ਤੇ ਜਦੋਂ ਕੋਈ ਵੱਖਰਾ ਜਿਹਾ ਸ਼ਬਦ ਲੱਗਦਾ, ਜਿਵੇਂ ਮੈਂ ਪਹਿਲੀ ਵਾਰ ਸ਼ਬਦ ਇਹ ਸੁਣਿਆ ਭਾਜੀ ਹੁਣਾਂ ਤੋਂ, ਤੇ ਮੈਂ ਵੀ ਸਵਾਲ ਕੀਤਾ ਕਿ ਇਹਦਾ ਮਤਲਬ ਕੀ ਆ। ਜੇ ਤੁਹਾਨੂੰ ਵੀ ਇਦਾਂ ਲੱਗਦਾ ਤੇ ਜ਼ਰੂਰ ਕੋਈ ਲੱਗਦਾ ਉਹਨਾਂ ਨੇ ਕਿ ਇਦਾਂ ਦਾ ਸ਼ਬਦ ਆ ਤੇ ਸਕਰੀਨ ਤੇ ਨੰਬਰ ਆ ਰਹੇ ਆ 905 673 9700, ਉਸ ਤੇ ਤੁਸੀਂ ਕਾਲ ਕਰਨੀ ਆ। ਸੋ ਜਦੋਂ ਕਹਾਣੀ ਚੱਲੂਗੀ ਉਸ ਟਾਈਮ ਆਪਾਂ ਕਾਲ ਨਹੀਂ ਲਵਾਂਗੇ। ਜਦੋਂ ਕਹਾਣੀ ਕੰਪਲੀਟ ਹੋ ਗਈ ਉਸ ਤੋਂ ਬਾਅਦ ਤੁਸੀਂ ਜ਼ਰੂਰ ਕਹਾਣੀ ਤੇ ਕੋਈ ਗੱਲ ਕਰਨੀ ਆ। ਕੀ ਤੁਹਾਨੂੰ ਲੱਗਦਾ ਇਹ ਮੇਰੀ ਕਹਾਣੀ ਆ, ਤੁਹਾਡੇ ਨਾਲ ਵੀ ਇਹ ਹੱਡ ਬੀਤੀ ਕਦੇ ਹੋਈ ਆ? ਸੋ ਉਹ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਰਸਮ ਮੁਤਾਬਕ ਜੀ ਆਇਆਂ ਨੂੰ ਆਖਦੇ ਆ ਬੜੇ ਹੀ ਸਤਿਕਾਰਯੋਗ ਵਿਨੀਪੈਗ ਸ਼ਹਿਰ ਤੋਂ ਹਰਪ੍ਰੀਤ ਜਵੰਦਾ ਸਾਹਿਬ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਬਰਾੜ ਸਾਹਿਬ, ਮਿਹਰਬਾਨੀ, ਸ਼ੁਕਰੀਆ, ਜੁੰਦੇ ਵਾਸਤੇ ਰਹੋ ਜੀ। ਤੇ ਬੜੀ ਵਧੀਆ ਤੁਸੀਂ ਇੰਟਰੋਡਕਸ਼ਨ ਦਿੱਤੀ ਹੈ ਜੀ, ਆਪਣੀ ਗੋਖੜੂ ਦੀ ਜ਼ਿਆਦਾ ਦਿੱਤੀ ਹੈ ਬੈਟਰ, ਤੇ ਆਪਾਂ ਉਹਦੇ ਤੇ ਜ਼ਰੂਰ ਗੱਲਬਾਤ ਕਰਾਂਗੇ। ਤੇ ਮੈਨੂੰ ਤੁਹਾਡੇ ਉਹਦੇ ਤੋਂ ਜਿਹੜੀ ਤੁਸੀਂ ਕਿਹਾ ਕਿ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ ਗੋਖੜੂ ਬਾਰੇ, ਮੈਨੂੰ ਇੱਕ ਗੱਲ ਆ ਗਈ ਕਿ ਆਪਣਾ ਬਟਾਲੇ ਸ਼ਹਿਰ ਦਾ ਇੱਕ ਸ਼ਾਇਰ ਹੋਇਆ ਜੀ, ਕਿਸੇ ਇੰਟਰੋਡਕਸ਼ਨ ਦਾ ਮੁਹਤਾਜ ਨਹੀਂ ਹੈ, ਸ਼ਿਵ ਕੁਮਾਰ ਬਟਾਲਵੀ ਜੀ। ਉਹਨਾਂ ਨੇ, ਚਲੋ ਸਾਡਾ ਤੇ ਉਹਨਾਂ ਨਾਲ ਕੋਈ ਕੰਪੈਰੀਜ਼ਨ ਨਹੀਂ ਹੈ, ਬਟ ਮੈਂ ਉਹਨਾਂ ਦੇ ਜਿਹੜੇ ਗੀਤ ਨੇ ਨਾ ਉਹਨਾਂ ਦੇ ਵਿੱਚ ਇੰਨੇ ਵਰਡਸ ਦੇਖਦਾ ਕਿ ਜਿਹੜੇ ਆਲਮੋਸਟ ਗਵਾਚ ਗਏ ਹੁੰਦੇ ਅੱਜ ਤੋਂ 100 ਸਾਲ ਪਹਿਲੇ, ਲੇਕਿਨ ਉਹਨਾਂ ਨੇ ਆਪਣੇ ਵਰਡਸ ਆਪਣੇ ਪੋਇਟਰੀ ਦੇ ਵਿੱਚ ਯੂਜ਼ ਕਰਕੇ ਉਹਨਾਂ ਨੂੰ ਹੋਰ ਦੇ ਦਿੱਤੇ। ਠੀਕ ਹੈ ਜੀ। ਇੱਕ ਗਾਣਾ ਆਉਂਦਾ ਜੀ ਉਹਨਾਂ ਦਾ ਕਿ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਤੇ ਉਹਦੇ ਤੇ ਇੱਕ ਇਸ ਗਾਣੇ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਜਿਵੇਂ ਨਸ਼ਾ ਜਿਹਾ ਛੀਂਬੇ ਸੱਪ ਵਰਗਾ। ਤੇ ਉਹ ਛੀਂਬਾ ਸੱਪ, ਮੈਨੂੰ ਕਿਉਰਿਓਸਿਟੀ ਕਿ ਛੀਂਬਾ ਸੱਪ ਹੁੰਦਾ ਕੀ ਹੈ ਜੀ। ਤੇ ਅੱਜ ਮੈਨੂੰ ਪਤਾ ਲੱਗਾ ਕਿ ਛੀਂਬਾ ਸੱਪ ਐਸਾ ਹੁੰਦਾ ਹੈ ਕਿ ਉਹ ਜਦੋਂ ਤੁਹਾਨੂੰ ਡੰਗ ਮਾਰਦਾ ਹੈ ਤੇ ਤੁਹਾਨੂੰ ਨੁਕਸਾਨ ਨਹੀਂ ਹੁੰਦਾ, ਤੁਹਾਨੂੰ ਇੱਕ ਨਸ਼ਾ ਚੜ ਜਾਂਦਾ ਜੀ। ਠੀਕ ਹੈ ਜੀ। ਤੇ ਹੁਣ ਦੇਖੋ ਈਵਨ ਸਾਡੇ ਕੰਟੈਂਪਰੇਰੀ ਜਿਹੜੇ ਨੇ ਉਹਨਾਂ ਨੂੰ ਵੀ ਨਹੀਂ ਪਤਾ, ਔਰ ਜਿਹੜੇ ਸਾਡੇ ਤੋਂ ਪਹਿਲਾਂ ਸੀ ਉਹਨਾਂ ਨੂੰ ਨਹੀਂ ਪਤਾ ਵੀ ਛੀਂਬਾ ਸੱਪ ਕੀ ਹੁੰਦਾ ਜੀ। ਲੇਕਿਨ ਸ਼ਿਵ ਕੁਮਾਰ ਨੇ ਆਪਣੇ ਗੀਤਾਂ ਦੇ ਵਿੱਚ ਉਸ ਨੂੰ ਯੂਜ਼ ਕਰਕੇ ਪਤਾ ਨਹੀਂ ਕਿੱਥੋਂ ਉਸ ਬੰਦੇ ਦੀ ਮਾਨਸਿਕਤਾ ਕਿੱਥੇ ਉਹ ਉਡਾਰੀਆਂ ਭਰਦੀ ਸੀ ਕਿ ਇਹੋ ਜਿਹੇ ਵਰਡ ਉਹਨੇ ਲੈ ਕੇ ਆਏ ਤੇ ਉਹ ਫਿਰ 100 ਸਾਲ ਉਹਦੀ ਜਿੰਨੀ ਦੇਰ ਤੱਕ ਸ਼ਿਵ ਨੂੰ ਯਾਦ ਕਰਦੇ ਰਹਿਣਗੇ ਲੋਕ, ਉਨੀ ਦੇਰ ਤੱਕ ਉਹ ਜਿਹੜਾ ਛੀਂਬਾ ਸੱਪ ਤੱਕ ਕਦੇ ਨਹੀਂ ਮਰ ਸਕਦਾ ਹੈਗਾ। ਬਿਲਕੁਲ ਸਹੀ ਗੱਲ ਹੈ ਜੀ। ਬਿਲਕੁਲ ਮੇਰਾ ਰੈਫਰੈਂਸ ਦਾ ਮਕਸਦ ਇਹ ਹੈ ਕਿ ਜਿਹੜਾ ਵੀ ਇਨਸਾਨ ਜਿੱਥੇ ਵੀ ਹੈ, ਮਾਝੇ ਚ ਹੈ, ਮਾਲਵੇ ਚ, ਦੁਆਬੇ ਚ, ਬਾਹਰਲੇ ਕੰਟਰੀ ਚ, ਕੋਈ ਵੀ ਉਹਦੇ ਜ਼ਿਹਨ ਚ ਕੋਈ ਪੁਰਾਣਾ ਵਰਡ ਹੈਗਾ ਜਿਹੜਾ ਉਹਦੇ ਦਾਦੀ ਨੇ, ਨਾਨੀ ਨੇ, ਭੂਆ ਨੇ, ਮਾਮਿਆਂ ਨੇ ਕਿਸੇ ਵੇਲੇ ਯੂਜ਼ ਕੀਤਾ ਬਚਪਨ ਚ, ਤੇ ਉਹਨੂੰ ਜ਼ਰੂਰ ਜਿਉਂਦੇ ਰੱਖਣ ਦੇ ਪ੍ਰੋਸੈਸ ਚ ਹਿੱਸਾ ਪਾਉਣਾ ਚਾਹੀਦਾ ਹੈਗਾ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਆ ਭਾਜੀ, ਬਿਲਕੁਲ ਸਹੀ ਗੱਲ ਆ। ਬਹੁਤ ਸ਼ਬਦ ਆ ਜਿਹੜੇ ਪੰਜਾਬੀ ਦੇ ਅਲੋਪ ਹੁੰਦੇ ਜਾ ਰਹੇ ਆ ਤੇ ਇਹੀ ਹੋ ਸਕਦਾ ਜੀ ਕਿ ਜੇ ਆਪਾਂ ਨੂੰ ਯਾਦ ਰੱਖੀਏ, ਵਰਤੀਏ ਜਦੋਂ ਲੋੜ ਪਵੇ ਤਾਂ ਕਿਤੇ। ਹਾਂਜੀ ਜੀ, ਔਰ ਵਰਤੀਏ, ਔਰ ਅਗਰ ਉਹਨੂੰ ਕੋਈ ਐਕਸਪਲੇਨੇਸ਼ਨ ਮੰਗਦਾ ਹੈ ਤਾਂ ਉਹਦੀ ਜ਼ਰੂਰ ਦਈਏ ਉਹਦਾ ਪਤਾ। ਹੁਣ ਦੇਖੋ ਮੈਂ ਇੱਕ ਵਾਰਤਕ ਲਿਖੀ ਹੈ ਜੀ ਗੋਖੜੂ, ਜਿਹੜੀ ਕਿ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਜੀ, ਜਿਹੜੀ
ਤੁਹਾਨੂੰ ਲੱਗੇਗਾ ਕਿ ਸ਼ਾਇਦ ਸਾਡੇ ਆਸੇ-ਪਾਸੇ ਡੇਲੀ ਬੇਸਿਸ ਪਤਾ ਨਹੀਂ ਕਿੰਨੀ ਵਾਰੀ ਤੁਸੀਂ ਵੀ ਬਿਜ਼ਨਸ ਵਿੱਚ ਹੋ, ਮੈਂ ਵੀ ਬਿਜ਼ਨਸ ਹਾਂ ਜੀ, ਤੇ ਕਿੰਨੀ ਵਾਰੀ ਵਾਪਰਦੀ ਹੈ। ਪਰ ਮੇਰੇ ਕੋਲ ਦੋ ਆਪਸ਼ਨ ਸੀ, ਮੈਂ ਗੋਖਰੂ ਯੂਜ਼ ਕਰ ਸਕਦਾ ਸੀ ਜਾਂ ਮੈਂ ਇੱਕ ਕੰਗਣ ਯੂਜ਼ ਕਰ ਸਕਦਾ ਸੀ। ਜੀ। ਪਰ ਮੈਂ ਜਾਣਬੁੱਝ ਕੇ ਮੈਂ ਗੋਖਰੂ ਵਰਡ ਯੂਜ਼ ਕੀਤਾ ਹੈ ਕਿ ਇਹ ਵਰਡ ਜਿਹੜਾ ਇਹ ਜਿਹੜੇ ਸਾਡੇ ਸੁਣਨ ਵਾਲੇ ਨੇ ਉਹਨਾਂ ਨੂੰ ਜ਼ਰੂਰ ਪਤਾ ਲੱਗਣਾ ਚਾਹੀਦਾ। ਬਿਲਕੁਲ। ਸੋ ਮੈਂ ਬੈਕ ਟੂ ਦਾ ਵਾਰਤਕ ਆਉਣਾ ਦੀ ਕਹਾਣੀ ਤੇ ਆਉਣਾ ਹੈਗਾ ਜੀ ਵੀਰ ਜੀ ਕਿ ਬਾਜ਼ਾਰ ਦੀ ਐਨ ਨੁੱਕਰ ਤੇ ਮੇਰਾ ਚੂੜੀਆਂ ਤੇ ਮੇਕਅਪ ਦਾ ਸਮਾਨ ਦਾ ਸਟੋਰ ਹੋਇਆ ਕਰਦਾ ਸੀ ਜੀ। ਦੀਵਾਲੀ, ਵਿਸਾਖੀ, ਵਿਆਹ, ਮੰਗਣੇ ਅਤੇ ਤੀਆਂ ਤੇ ਹਮੇਸ਼ਾ ਰੌਣਕ ਜਿਹੀ ਲੱਗੀ ਰਹਿੰਦੀ ਜੀ। ਇੱਕ ਵਾਰ ਨਵਾਂ ਵਿਆਹ ਜੋੜਾ ਆਇਆ, ਸਾਈਕਲ ਤੋਂ ਉੱਤਰ ਪੌੜੀਆਂ ਚੜ੍ਹ ਤੁਰੀ ਆਉਂਦੀ ਤੇ ਛਣ-ਛਣ ਕਰਦੇ ਚੂੜੇ ਅਤੇ ਪੰਜੇਬਾਂ ਦੀ ਆਵਾਜ਼ ਨਾਲ ਇੰਜ ਲੱਗਿਆ ਜਿੱਦਾਂ ਚਾਰੇ ਪਾਸੇ ਬਹਾਰ ਜਿਹੀ ਆ ਗਈ ਹੋਵੇ। ਜੀ। ਦੁਕਾਨ ਵਾਲਾ ਮੁੰਡਾ ਦੱਸਣ ਲੱਗਾ, ਜੀ ਸਵੇਰ ਤੇ ਦੂਜੀ ਵਾਰ ਆਏ ਨੇ, ਬੀਬੀ ਨੂੰ ਲਾਲ ਰੰਗ ਦੇ ਗੋਖਰੂ ਬੜੇ ਪਸੰਦ ਨੇ। ਜੀ। ਇਹਨਾਂ ਨੂੰ ਜ਼ਿਕਰ ਚੱਲ ਰਿਹਾ ਸੀ ਗੋਖਰੂ ਹੂੰ। ਤੇ ਕੰਗਣ ਬੜੇ ਨੋਰਮਲੀ ਜਿਹੜੀ ਮੰਨੀਆਂ ਵਿਆਹੀਆਂ ਨੇ ਉਹ ਆਪਣੇ ਗੁੱਟ ਤੇ ਆਪਣੀ ਬਾਹਾਂ ਤੇ ਪਾ ਕੇ ਬੜਾ ਉਹਨਾਂ ਨੂੰ ਮਜ਼ਾ ਸੈਟੀਸਫੈਕਸ਼ਨ ਮਿਲਦੀ ਸੀ ਜੀ। ਉਹਨਾਂ ਦੀ ਗੱਲ ਹੈ। ਬੀਬੀ ਨੂੰ ਲਾਲ ਰੰਗ ਦੇ ਗੋਖਰੂ ਪਸੰਦ ਨੇ, 1000 ਦੇ ਆਖਿਆ ਸੀ ਪਰ ਬਾਈ ਜੀ ਦੀ ਸੂਈ 700 ਤੇ ਹੀ ਅੜੀ ਹੋਈ ਹੈ। ਜੀ। ਉਹਦੇ ਕੋਲ ਹੈ ਹੀ ਇਹਨੇ ਨੇ। ਹੂੰ। ਇਹਨੂੰ ਦੱਸਦੇ ਹੋਏ ਦਾ ਹਾਸਾ ਨਿਕਲ ਗਿਆ। ਹੂੰ। ਸਾਹਮਣੇ ਖਲੋਤਾ ਹਿਮਾਚਲ ਕਦੀ ਉਹਲੇ ਗਏ ਨਾਲ ਆਪਣਾ ਬਟੂਆ ਖੋਲ ਕੇ ਦੇਖ ਲਿਆ ਕਰਦਾ ਤੇ ਕਦੀ ਕੁਝ ਸੋਚ ਨਾਲ ਦੀ ਦੀਆਂ ਅੱਖਾਂ ਵਿੱਚ ਤੇਜ਼ੀ ਨਾਲ ਵਗਦੇ ਹੋਏ ਸਦਰਾਂ ਚਾਵਾਂ ਦੇ ਦਰਿਆ ਵਿੱਚ ਗੁਆ ਜਾਇਆ ਕਰਦਾ। ਮੈਂ ਉਸ ਨੂੰ ਗੌਣਾ ਤੱਕਿਆ ਤਾਂ ਉਹ ਮਜਬੂਰੀ, ਤੰਗੀ ਤੁਰਸ਼ੀ ਅਤੇ ਸ਼ਰਮਿੰਦਗੀ ਦੇ ਆਲਮ ਵਿੱਚ ਡੁੱਬਿਆ ਹੋਇਆ ਜੀ ਬੜਾ ਬੇਬਸ ਜਿਹਾ ਨਜ਼ਰ ਆਇਆ। ਹੂੰ। ਮੈਨੂੰ ਬਹੁਤ ਪੁਰਾਣੀ ਖੁਦ ਨਾਲ ਵਾਪਰੀ ਇੱਕ ਹੱਡ ਬੀਤੀ ਚੇਤੇ ਆ ਗਈ। ਜੀ। ਬਹੁਤ ਵਰੇ ਪਹਿਲਾਂ ਪਹਿਲੀ ਵਾਰ ਜਦੋਂ ਮੇਲੇ ਗਈ ਤਾਂ ਲਾਲ ਰੰਗ ਦੀਆਂ ਚੂੜੀਆਂ ਪਸੰਦ ਕਰ ਲਈਆਂ। ਭਲੇ ਜ਼ਮਾਨਿਆਂ ਵਿੱਚ ਉਸਨੇ 8 ਰੁਪਏ ਮੰਗ ਲਏ। ਸ਼ਾਇਦ ਇਹਨਾਂ ਕੋਲ ਉਸ ਵੇਲੇ ਸਿਰਫ 5 ਰੁਪਏ ਹੀ ਸਨ। ਹੂੰ। ਇੱਥੋਂ ਉਹਲੇ ਉਸਦੇ ਤਰਲੇ ਜਿਹੇ ਕਰੀ ਜਾਣ ਪਰ ਤਾਂ ਵੀ ਸੌਦਾ ਸਿਰੇ ਨਾ ਚੜ ਸਕਿਆ। ਜੀ। ਆਥਣ ਵੇਲੇ ਮੁੱਦੇ ਵਕਤ ਟਾਂਗੇ ਦੀ ਪਿਛਲੀ ਸੀਟ ਤੇ ਬੈਠਿਆ ਹੋਇਆ ਇਹਨਾਂ ਨੇ ਸਾਰੇ ਰਾਹ ਮੇਰੇ ਨਾਲ ਅੱਖੀਆਂ ਨਹੀਂ ਮਿਲਾਈਆਂ ਤੇ ਨਾ ਹੀ ਉਹ ਕੁਝ ਬੋਲੇ। ਹਾਰ ਕੇ ਮੂੰਹ ਬਣਿਆ ਵੇਖ ਮੈਂ ਹੁੱਜ ਦਹੀ ਮਾਰੀ ਤੇ ਹੌਲੀ ਰੱਖਿਆ, ਫੇਰ ਕੀ ਹੋਇਆ ਜੇ ਨਹੀਂ ਲਈਆਂ ਗਈਆਂ ਤੇ ਅਗਲੀ ਵਾਰ ਨਹੀਂ। ਇੰਨੀ ਗੱਲ ਸੁਣ ਕੇ ਹੰਝੂ ਵਹਿ ਤੁਰੇ। ਜੀ। ਫਿਰ ਵੀ ਉਹਲੇ ਦੇ ਨਾਲ ਪੂੰਝ ਲਏ। ਮਰਦ ਜਿਹੜਾ ਉਹ ਰੋਣ ਲੱਗਿਆ ਬੜਾ ਉਹਦੇ ਸਟਰਗਲ ਹੁੰਦੀ ਹੈ ਮਨ ਦੇ ਵਿੱਚ। ਬਿਲਕੁਲ। ਤੋ ਇੰਨੀ ਗੱਲ ਕੀਤੀ ਤੇ ਹੰਝੂ ਵਹਿ ਤੁਰੇ ਪਰ ਉਹਲੇ ਦੇ ਨਾਲ ਪੂੰਝ ਲਏ। ਉਸ ਦਿਨ ਮਗਰੋਂ ਉਹਨਾਂ ਮੇਰੀਆਂ ਖੁਸ਼ੀਆਂ ਲਈ ਦਿਨ ਰਾਤ ਇੱਕ ਕਰ ਦਿੱਤਾ। ਜੀ। ਕੋਈ ਚੀਜ਼ ਮੂੰਹੋਂ ਬਾਅਦ ਵਿੱਚ ਕੱਢਦੀ ਹਾਜ਼ਰ ਪਹਿਲਾਂ ਹੋ ਜਾਇਆ ਕਰਦੀ। ਜੀ। ਫਿਰ ਇਹ ਦੁਕਾਨ ਖੋਲ ਕੇ ਦੇਣ ਵੇਲੇ ਤੱਕ ਆਪਣੀ ਬਿਮਾਰੀ ਤੱਕ ਵੀ ਮੈਨੂੰ ਲੁਕਾ ਕੇ ਰੱਖੀ। ਜੀ। ਸਾਹਮਣੇ ਟੰਗੀ ਇਹਨਾਂ ਦੀ ਫੋਟੋ ਵੱਲ ਵੇਖ ਮੇਰੀਆਂ ਅੱਖਾਂ ਖੁੱਲੀਆਂ ਹੋ ਗਈਆਂ। ਸੁਰਤ ਇੱਕ ਵਾਰ ਫਿਰ ਵਰਤਮਾਨ ਵੱਲ ਮੁੜ ਆਈ। ਜਿਹੜੀ ਸੁਰਤ ਪਿੱਛੇ ਗਈ ਸੀ ਫਿਰ ਪ੍ਰੈਜ਼ੈਂਟ ਟਾਈਮ 'ਚ ਮੁੜ ਆਈ। ਜੀ। ਚੂੜੇ ਵਾਲੀ ਦਾ ਘਰਵਾਲਾ ਅਜੇ ਵੀ ਤਰਲੇ ਦਹੇ ਨਾਲ ਆਕੀ ਜਾ ਰਿਹਾ ਸੀ, ਵੀਰੇ ਦੇਖ ਲੈ ਜੇ 700 'ਚ ਗੱਲ ਮੁੱਕਦੀ ਹੈ ਤਾਂ। ਅੱਗੋਂ ਮੁੰਡਾ ਬੇਧਿਆਨੀ ਵਿੱਚ ਉਹੀ ਜਵਾਬ ਦੇ ਰਿਹਾ ਸੀ, ਭਾਊ ਸਵੇਰ ਦਾ ਕਿੰਨੀ ਵਾਰੀ ਆਖਦਾ ਹਾਂ ਵੀ 1000 ਤੋਂ 1 ਰੁਪਈਆ ਵੀ ਘੱਟ ਨਹੀਂ ਹੋਣਾ। ਲੈਣਾ ਤਾਂ ਲੈ, ਨਹੀਂ ਤੇ ਉਹ ਜਾਂਦਾ ਹੀ ਰਾਹ। ਇੰਨੀ ਗੱਲ ਸੁਣ ਕੇ ਉਸਨੇ ਇੱਕ ਵਾਰ ਫਿਰ ਆਪਣੀ ਨਾਲ ਦੀ ਵੱਲ ਵੇਖਿਆ। ਉਸਨੇ ਅੱਗੋਂ ਨੀਵੀਂ ਜਿਹੀ ਪਾ ਅੱਖ ਨਾਲ ਸੈਂਤੀ ਮਾਰੀ। ਸ਼ਾਇਦ ਨਾਲ ਦੀ ਮਜਬੂਰੀ ਸਮਝ ਚੁੱਕੀ ਸੀ। ਫਿਰ ਦੋਵੇਂ ਰਹਿ ਜਿਹੀ ਰਲਾ ਕੇ ਨੀਵੀਂ ਪਾਈ ਬਾਹਰ ਨੂੰ ਤੁਰਨ ਲੱਗੇ ਤਾਂ ਮੈਨੂੰ ਅੰਦਰੋਂ ਕਾਹਲੀ ਜਿਹੀ ਪਈ। ਜੀ। ਮੈਂ ਛੇਤੀ ਨਾਲ ਜਾ ਕੇ ਦੋਵਾਂ ਨੂੰ ਵਾਪਸ ਮੋੜ ਲਿਆਈ ਤੇ ਆਖਣ ਲੱਗੀ ਕਿ ਪੁੱਤਰਾ ਮੁਆਫ ਕਰੀ, ਇਹ ਗੋਖਰੂ ਅੱਜ ਸਵੇਰੇ ਹੀ ਅੱਧੇ ਮੁੱਲ ਤੇ ਲਾਏ ਹੋਏ ਸਨ।
ਜੀ ਦੱਸਣਾ ਭੁੱਲ ਗਈ ਸਾਂ। ਸੋ 500 ਰੁਪਈਆ ਤੇ ਇਹ ਗੋਖਰੂ ਤੁਹਾਡੇ ਹੋਏ ਜੀ। ਇੰਨੀ ਗੱਲ ਸੁਣ ਕੇ ਨਵੀਂ ਵਿਆਹੀ ਦੀਆਂ ਇੱਕਦਮ ਜਗ ਉੱਠੀਆਂ ਅੱਖੀਆਂ ਵਿੱਚ ਵੇਖ ਕੇ ਸੋਚ ਰਹੀ ਸਾਂ ਕਿ ਜੇ ਕਿੰਨੇ ਬਰੇ ਪਹਿਲਾਂ ਉਹ ਕਰਮਾਂ ਵਾਲਾ ਵੀ ਉਹ ਚੂੜੀਆਂ ਪੰਜਾਂ ਵਿੱਚ ਦੇ ਦਿੰਦਾ ਤਾਂ ਸ਼ਾਇਦ ਉਹਨਾਂ ਦੀਆਂ ਵੀ ਟਾਂਗੇ ਤੇ ਬੈਠੀਆਂ ਦੀਆਂ ਅੱਖੀਆਂ ਇਸੇ ਤਰ੍ਹਾਂ ਹੀ ਲੱਟ ਲੱਟ ਜਗ ਰਹੀਆਂ ਹੁੰਦੀਆਂ। ਵਾਹ ਜੀ ਵਾਹ। ਕਾਊਂਟਰ ਤੇ ਖਲੋਤਾ ਮੁੰਡਾ ਕਦੀ ਮੇਰੇ ਵੱਲ ਤੇ ਕਦੀ ਚਾਹ ਨਾਲ ਗੋਖਰੂ ਸਾਂਭ ਰਹੀ ਚੂੜੀ ਵੱਲ ਇੰਝ ਵੇਖੀ ਜਾ ਰਿਹਾ ਸੀ ਜਿੱਦਾਂ ਕਿ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਬਹੁਤ ਵੱਡੇ ਘਾਟੇ ਦਾ ਸੌਦਾ ਕੀਤਾ ਹੋਵੇ ਜੀ। ਪਰ ਕਿतना ਸਮਝਾਉਂਦੀ ਕਿ ਕਮਲਿਆ, ਜਵਾਨੀ ਦੀ ਸਿਖਰ ਦੁਪਹਿਰੇ ਲੰਮੇ ਸਫ਼ਰਾਂ ਤੇ ਤੁਰੇ ਜਾਂਦੇ ਹਸੀਨ ਪਾਂਧੀਆਂ ਦੇ ਮਨਾਂ ਵਿੱਚ ਆਪ ਮੁਹਾਰੇ ਹੀ ਫੁੱਟ ਪੈਂਦੀਆਂ ਕਿੰਨੀਆਂ ਸਾਰੀਆਂ ਕੋਮਲ ਸਦਰਾਂ ਅਤੇ ਅਨੇਕਾਂ ਅਰਮਾਨਾਂ ਦੇ ਸੌਦੇ ਕਰਨੇ ਵੀ ਭਲਾ ਕਿਸੇ ਦੇ ਵਾਸਤੇ ਹੋਏ ਨੇ ਜੀ। ਹਾਂ, ਜੇ ਕਿਸੇ ਦੇ ਵਾਸਤੇ ਹੋਏ ਨਹੀਂ ਤਾਂ ਉਸ ਨੂੰ ਕਾਮਯਾਬ ਵਪਾਰੀ ਤਾਂ ਜ਼ਰੂਰ ਆਖਿਆ ਜਾ ਸਕਦਾ ਹੈ। ਬਿਲਕੁਲ ਸਹੀ ਗੱਲ। ਕਦੀ ਮੁਹੱਬਤਾਂ ਵਾਲੇ ਰਾਹ ਤੇ ਤੁਰਿਆ ਇਨਸਾਨ ਕਦਾਚਿਤ ਨਹੀਂ। ਬਿਲਕੁਲ। ਇਹ ਸਟੋਰੀ ਹੈ, ਇਹਨੂੰ ਤੁਸੀਂ ਕਹਿ ਲਓ, ਇਹਨੂੰ ਤੁਸੀਂ ਆਸੇ-ਪਾਸੇ ਵਾਪਰਦੀਆਂ ਅਨੇਕਾਂ ਘਟਨਾਵਾਂ ਦੇ ਸੰਦਰਭ ਵਿੱਚ ਦੇਖ ਸਕਦੇ ਹੋ ਜੀ। ਚਾਹੇ ਇਹ ਪੁਰਾਣੇ ਵੇਲੇ ਦੀ ਗੱਲ ਹੈ, ਲੇਕਿਨ ਅੱਜ ਵੀ ਸਾਡੇ ਤੁਹਾਡੇ ਸੱਜੇ ਖੱਬੇ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਵਾਪਰਦੀਆਂ ਜੀ। ਬਿਲਕੁਲ ਬਿਲਕੁਲ। ਚਾਵਾਂ ਦੇ ਔਕਾਤ ਵਿੱਚ ਇੱਕ ਸਟਰਗਲ ਚੱਲਦੀ ਹੈ ਜੀ। ਜੀ। ਉਹ ਸਟਰਗਲ ਤੇ ਕਈ ਵਾਰੀ ਚਾਹ ਜਿੱਤ ਜਾਂਦੀ ਹੈ ਤੇ ਕਈ ਵਾਰੀ ਜਿਹੜੇ ਔਕਾਤ ਹੈ ਉਹ ਜਿੱਤ ਜਾਂਦੀ ਹੈ। ਜਵੰਦਾ ਸਾਹਿਬ, ਸੋ ਹੁਣ ਮੈਂ ਆਪਣੀ ਕਾਲ ਆਈ ਸੀ ਪਹਿਲਾਂ ਤੇ ਮੈਂ ਹੁਣ ਕਹੂੰਗਾ ਦੋਸਤੋ, ਕਿਸ ਤਰ੍ਹਾਂ ਦੀ ਤੁਹਾਨੂੰ ਕਹਾਣੀ ਲੱਗੀ? ਕੀ ਤੁਹਾਨੂੰ ਲੱਗਾ ਕਿ ਜਿਹੜੇ ਗੋਖਰੂ ਦੀ ਗੱਲ ਕੀਤੀ ਆ, ਕੰਗਣ ਦੀ ਗੱਲਬਾਤ ਕੀਤੀ ਆ, ਸੋ ਉਹ ਤਾਂ ਇੱਕ ਸਟੋਰੀ ਇੱਕ ਇਨਸਾਨ ਦੀ ਸੀ। ਤੁਹਾਡੀ ਸੰਦੀਪ ਦੀ ਕੀ ਤੁਹਾਡੇ ਨਾਲ ਵੀ ਕਦੇ ਇਦਾਂ ਦਾ ਕੁਝ ਹੋਇਆ? ਜ਼ਰੂਰ ਛੋਟੇ ਜਿਹੇ ਸ਼ਬਦਾਂ ਦੇ ਵਿੱਚ ਉਹ ਚੀਜ਼ ਨੂੰ ਸ਼ੇਅਰ ਕਰਿਓ ਤੇ ਕਹਾਣੀ ਕਿਸ ਤਰ੍ਹਾਂ ਲੱਗੀ। ਤੇ ਜਦੋਂ ਮੈਂ ਕੱਲ ਮੈਂ ਪੜ੍ਹ ਚੁੱਕਾ ਸੀ ਆਲਰੇਡੀ ਕਹਾਣੀ ਇਹ, ਤੇ ਜਦੋਂ ਹੁਣ ਦੁਬਾਰਾ ਭਾਜੀ ਹੁਣੀ ਫੇਰ ਇਹ ਸੁਣਾ ਰਹੇ ਸੀ ਨਾ, ਮੈਂ ਸੁਣ ਰਿਹਾ ਸੀ ਤੇ ਇੱਕ ਜਦੋਂ ਭਾਜੀ ਉਹ ਆਉਂਦਾ ਨਾ ਉਹ ਜਜ਼ਬਾਤ, ਜਦੋਂ ਟਾਂਗੇ ਤੇ ਬੈਠ ਕੇ ਇਦਾਂ ਕਹਿੰਦੇ ਕੂਣੀ ਮਾਰੀ ਹੋਊਗੀ ਤੇ ਉਹ ਜਿਹੜਾ ਆਦਮੀ ਆ ਉਹਦੀਆਂ ਅੱਖਾਂ ਦੇ ਵਿੱਚੋਂ ਜਿਹੜੇ ਹੰਝੂ ਡਿੱਗੇ ਆ ਉਹ, ਹੈਨਾ। ਸੋ ਉਹ ਹੰਝੂ ਬਹੁਤ ਵਾਰੀ ਹਰ ਇਨਸਾਨ ਦੇ ਡਿੱਗਦੇ ਆ ਕਿ ਜਦੋਂ ਹਰ ਇਨਸਾਨ ਦੇ ਭਾਜੀ ਇਹ ਸਮਾਂ ਹੁੰਦਾ ਕਿ ਉਹਨੂੰ ਜ਼ਰੂਰਤ, ਜਦੋਂ ਨਵਾਂ ਵਿਆਹ ਹੋਇਆ ਹੁੰਦਾ ਹੈ ਜਾਂ ਆਫਟਰ ਵੀ ਹੁੰਦਾ ਥੋੜਾ ਟਾਈਮ ਬਾਅਦ, ਜਾਂ ਬੱਚਿਆਂ ਦੇ ਲਈ ਆਪਾਂ ਕਹਿ ਦਈਏ ਕਈ ਵਾਰ ਕੋਈ ਚੀਜ਼ ਦੀ ਮੰਗ ਕਰਦੇ ਆ, ਡਿਮਾਂਡ ਕਰਦੇ ਆ, ਪਹੁੰਚ ਨਹੀਂ ਹੁੰਦੀ, ਤੇ ਜਿਹੜੇ ਉਹ ਹੰਝੂ ਆ ਨਾ ਉਹ ਸਾਰੇ ਇਨਸਾਨ ਜਿਹੜਾ ਉਹ ਬੰਦਾ, ਕਿਉਂਕਿ ਜਿਹੜਾ ਘਰ ਚਲਾਉਂਦਾ, ਠੀਕ ਹੈ ਜੀ, ਇਸ ਕੰਟਰੀ ਦੇ ਵਿੱਚ ਆ ਕੇ ਸਾਡੇ ਜਿਹੜੀਆਂ ਲੇਡੀਜ਼ ਆ ਉਹ ਵੀ ਮਤਲਬ ਕੰਮ ਕਰਦੀਆਂ, ਪਰ ਮੈਨੂੰ ਲੱਗਦਾ ਵੀ ਜਿਹੜੇ ਉਹ ਤੁਸੀਂ ਹੰਝੂਆਂ ਦੀ ਗੱਲ ਕੀਤੀ ਨਾ, ਉਹ ਹੰਝੂ ਹਰ ਇਨਸਾਨ ਦੇ, ਕਈਆਂ ਦੇ ਤਾਂ ਵਗ ਪੈਂਦੇ ਆ ਜੀ, ਕਈ ਅੰਦਰ ਹੀ ਪੀ ਜਾਂਦੇ ਆ। ਸੋ ਕਿਹਦੇ ਹੰਝੂ ਪੀਤੇ ਗਏ ਆ ਜੀ, ਕਿਉਂਕਿ ਮੇਰੇ ਨਾਲ ਖੁਦ ਜੇ ਮੈਂ ਆਪਣੀ ਗੱਲ ਕਰਾਂ ਜੀ, ਕਈ ਵਾਰ ਕੁਝ ਚੀਜ਼ਾਂ ਸ਼ੇਅਰ ਨਹੀਂ ਕਰ ਸਕਦੇ ਜਵੰਦਾ ਸਾਹਿਬ, ਪਰ ਇਹ ਆਮ ਹੀ ਹੋ ਜਾਂਦੀਆਂ। ਔਰ ਹਰ ਇਨਸਾਨ ਦਾ ਆਪਣੀ ਵਾਈਫ ਲਈ, ਆਪਣੇ ਬੱਚਿਆਂ ਲਈ ਕਹਿੰਦੇ ਨੇ ਜਿੰਨਾ ਵੀ ਕਰ ਸਕਦਾ ਉਹ ਕਰ ਸਕਦਾ। ਆਪਾਂ ਗੱਲਾਂ ਜਾਰੀ ਰੱਖਾਂਗੇ ਜੀ। ਤੇ ਕਾਲਰ ਆਪਣੇ ਨਾਲ ਇੱਕ ਆ ਗਈ ਆ, ਨੰਬਰ 905-673-9700। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦਰਅਸਲ ਕਾਲ ਪਹਿਲਾਂ ਕੀਤੀ ਸੀ, ਲੇਕਿਨ ਸਟੋਰੀ ਇੰਨੀ ਚੰਗੀ ਸੀਗੀ ਜੀ ਹੈ, ਤੇ ਲੇਕਿਨ ਫਿਰ ਮੇਰੇ ਕੋਲ ਨਾ, ਮੈਂ ਕਿਹਾ ਨਹੀਂ, ਮੇਰੀ ਕਾਲ ਨਾਲੋਂ ਜ਼ਿਆਦਾ ਨਾ ਜਵਿੰਦਰ ਸਾਹਿਬ ਦੀ ਉਹ ਸੁਣ ਕੇ ਬਗੈਰੇ ਦਿਲ ਨੂੰ ਛੂ ਲੈਣ ਵਾਲੀ ਸੀਗੀ, ਜਿਹੜਾ ਮੇਰੇ ਕੋਲੇ ਸ਼ਬਦ ਨਹੀਂ ਗਏ, ਵਰਨ ਨਹੀਂ, ਬਹੁਤ ਹੀ ਚੰਗੀ ਲੱਗੀ। ਏਦਾਂ ਦੇ ਤਾਂ ਬੜੇ ਘੱਟ ਸੁਣਨ ਨੂੰ ਮਿਲਦੀਆਂ ਚੀਜ਼ਾਂ। ਤੇ ਅਸਲੀ ਮੇਰਾ ਜਿਹੜਾ ਨਾ ਪਹਿਲਾ ਕੁਐਸਚਨ ਸੀਗਾ ਜਵਿੰਦਰ ਸਾਹਿਬ ਨੂੰ ਥੋੜਾ ਜਿਹਾ ਅਲੱਗ, ਜਿਹੜਾ ਕਹਿੰਦੇ ਵੀ ਕਿਤੇ ਕੋਈ ਚੀਜ਼ ਬੋਲੀ ਜਾਂਦੀ ਹੈ, ਕਿਤੇ ਕੋਈ ਬੋਲੀ, ਕਿਤੇ ਵਗ ਜਾ, ਤੁਰ ਜਾ, ਤਾਂ ਜਿਹੜੀ ਸੁਮਨੀ ਸ਼ਬਦ ਆਪਣੇ ਪੰਜਾਬ 'ਚ ਹੈਗੇ ਹੈ। ਲੇਕਿਨ ਇੱਕ ਮੈਂ ਪੁੱਛਣਾ ਸੀ, ਸ਼ਾਇਦ ਅਗਰ ਮੈਂ ਗਲਤ ਹੋਵਾਂ ਮਾਫ ਕਰਨਾ, ਹੋ ਸਕਦਾ ਮੈਨੂੰ ਨਾ ਤਰੀਕਾ ਆਉਂਦਾ ਹੋਵੇ, ਪਰ ਮੈਂ ਇੱਕ ਮਜ਼ਾਕ 'ਚ ਲੈ ਲਓ ਚਾਹੇ। ਇੱਕ ਮੈਂ ਗੱਲ ਤੁਹਾਨੂੰ ਦੋਨੋਂ, ਤੁਸੀਂ ਦੋਨੇ ਸਮਝਦਾਰ ਹੈ, ਜਿਵੇਂ ਹਰਿਆਣੇ ਵਿੱਚ ਲਿਖਿਆ ਹੁੰਦਾ ਰਾਜ ਪਰਿਵਹਨ ਅੰਬਾਲਾ ਜੀ ਹੈ,
ਤੇ ਆਪਣੇ यूपी 'ਚ ਲਿਖਿਆ ਹੁੰਦਾ ਹੈ उत्तर प्रदेश जो भी है, पंजाब 'ਚ ਲਿਖਦੇ ਹੈ पंजाब रोडवेज जलंधर, पंजाब रोडवेज लुधियाना, पंजाब रोडवेज मोगा, लेकिन इन्हों पंजाबी का शब्द नहीं आया कि शब्दकोश दे विच है नहीं जरा पंजाबी ट्रांसलेशन की बनता है। मैं हालांकि हट के क्वेश्चन है, मे बी स्टूपिड क्वेश्चन है, पर अगर तुम क्लैरीफाई कर दो प्लीज। ਜਵੰਦਾ ਸਾਹਿਬ ਤੁਸੀਂ ਜਵਾਬ ਵੀ ਦਿਓ ਤੇ ਮੈਂ ਪਹਿਲਾਂ ਇਹ ਪੁੱਛਣਾ ਚਾਹੁੰਦਾ ਕਿ ਕਦੇ ਉਹ ਜਿਹੜੇ ਤਾਂਗੇ ਵਾਲੇ ਬੰਦੇ ਦੇ ਨਾਲ ਬੈਠ ਕੇ ਜਦੋਂ ਕੂਣੀ ਮਾਰਦੀ ਆ ਕਦੇ ਅੱਖਾਂ 'ਚੋਂ ਪਾਣੀ ਆਇਆ ਤੁਹਾਡੇ ਵੀ ਕਦੇ ਹੋਇਆ ਜੀ ਇਦਾਂ ਦਾ? ਦੇਖੋ ਜੀ, ਦੋ ਤਰੀਕੇ ਹੁੰਦੇ ਨੇ। ਜਵੰਦਾ ਸਾਹਿਬ ਆਪਾਂ ਪਹਿਲਾਂ ਉਹਨਾਂ ਦਾ ਆਨਸਰ ਲਈਏ ਫਿਰ ਤੁਸੀਂ ਆਨਸਰ ਕਰਿਓ ਜੀ। ਗੱਲ ਤੁਹਾਡਾ ਕੁਐਸਚਨ ਨਾ ਤੇ ਸਟੂਪਿਡ ਹੈ ਨਾ ਹੀ ਉਹ ਇਰਰੈਲੇਵੈਂਟ ਹੈ, ਬਹੁਤ ਹੀ ਸੁਟੇਬਲ ਤੇ ਬਹੁਤ ਹੀ ਐਪਰੋਪਰੀਏਟ ਜਿਹੜਾ ਤੁਕਦਾ ਸਵਾਲ ਕੀਤਾ ਤੁਸੀਂ। ਕਿ ਸਾਡੀ ਤਰਾਸਦੀ ਇਹ ਹੈ ਕਿ ਸਾਡੇ ਕੋਲੋਂ ਸਾਡੇ ਜਿਹੜੇ ਪ੍ਰੈਸ਼ੀਅਸ ਜਿਹੜੇ ਨੇ ਉਹ ਬਹੁਤ ਕੀਮਤੀ ਵਰਡਸ ਹੈਗੇ ਨੇ, ਜਿਹੜੇ ਸ਼ਬਦ ਨੇ ਉਹ ਸਾਡੇ ਕੋਲੋਂ ਲੁਕਾ ਦਿੱਤੇ ਗਏ ਨੇ, ਸਾਡੇ ਅੱਖਾਂ ਤੋਂ ਓਲੇ ਕਰ ਦਿੱਤੇ ਗਏ ਨੇ, ਸਾਨੂੰ ਉਹਨਾਂ ਤੋਂ ਵਿਹੋਣੇ ਕਰ ਦਿੱਤਾ ਜਾ ਰਿਹਾ ਹੈ ਜੀ। ਤੇ ਇਹ ਇੱਕ ਡਿਫਰੈਂਟ ਆਪਣਾ ਡਿਸਕਸ਼ਨ ਦਾ ਮੁੱਦਾ ਹੈਗਾ, ਇੱਕ ਬਹਿਸ ਦਾ ਮੁੱਦਾ ਹੈਗਾ, ਔਰ ਹੁੰਦੀ ਵੀ ਹੈ, ਕਈ ਪਲੇਟਫਾਰਮਾਂ ਤੇ ਹੁੰਦੀ ਵੀ ਦੇਖੀ ਹੈ। ਕਿ ਤੁਸੀਂ ਕਈ ਵਾਰੀ ਦੇਖਿਆ ਹੋਵੇਗਾ ਕਿ ਜਿਹੜੇ ਅੰਮ੍ਰਿਤਸਰ ਤੋਂ ਜਦੋਂ ਅਸੀਂ ਜਾਂਦੇ ਹਾਂ ਜਲੰਧਰ ਸਾਈਡ ਤੇ ਰਸਤੇ 'ਚ ਕੁਝ ਟਾਊਨ ਪੈਂਦੇ ਨੇ ਜੀ, ਬੁਟਾਰੀ, ਟਾਂਗਰਾ, ਮਾਨਾਵਾਲਾ, ਬਿਆਸ ਤੇ ਕਰਤਾਰਪੁਰ। ਉਹ ਮੈਨੂੰ ਕਈ ਵਾਰੀ ਉਹਨਾਂ ਦਾ ਨਾਂ ਪੜ੍ਹ ਕੇ ਹਾਸਾ ਆਉਂਦਾ ਹੈ ਕਿ ਇਹ ਜਿਹੜੇ ਵੀ ਬੰਦੇ ਨੇ ਰਾਈਟਰ, ਜਿਹੜਾ ਵੀ ਪੇਂਟਰ ਹੈ ਜਿਹਨੇ ਇਹ ਪ੍ਰਿੰਟ ਕੀਤੇ ਹੈ ਜਾਂ ਜਿਹਨੇ ਹੱਥ ਨਾਲ ਕੀਤੇ ਹੈ, ਉਹਨਾਂ ਨੂੰ ਕੋਈ ਪੰਜਾਬੀ ਬੰਦਾ ਨਹੀਂ ਮਿਲਿਆ। ਉਹਨੂੰ ਹੱਥ ਹੀ ਹੁੰਦੇ ਆ ਕਿ ਫਿਰ ਤਰਸ ਹੁੰਦਾ ਹੈ, ਔਰ ਤਰਸ ਆਉਣ ਤੋਂ ਬਾਅਦ ਥੋੜਾ ਜਿਹਾ ਗੁੱਸਾ ਵੀ ਆਉਂਦਾ ਕਿ ਆਪਣੀਆਂ ਸਰਕਾਰਾਂ ਜਿਹੜੀਆਂ ਨੇ ਉਹ ਕਿੱਥੇ ਸੁੱਤੀਆਂ ਪਈਆਂ ਨੇ ਆਪਣੇ। ਫਿਰ ਕੁਝ ਲੋਕਾਂ ਨੂੰ ਕਾਲਕ ਮਲਣ ਤੇ ਮਜਬੂਰ ਹੋਣਾ ਪੈਂਦਾ ਹੈ, ਫਿਰ ਉਹਨਾਂ ਦੇ ਕੇਸ ਚੱਲਦੇ ਆ, ਫਿਰ ਉਹਨਾਂ ਦੀ ਚਰਚਾ ਹੁੰਦੀ ਹੈ। ਪਰ ਮੈਂ ਉਹਨਾਂ ਨੂੰ ਸਲੂਟ ਕਰਦਾ ਜੀ ਕਿ ਜਿਹੜੇ ਇੰਨੇ ਐਡਵਰਸ ਜਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਵੀ ਇਸ ਚੀਜ਼ ਨੂੰ ਹਾਈਲਾਈਟ ਕਰਦੇ ਆ। ਆਹ ਜਿਹੜੀ ਚੀਜ਼ ਹੈ, ਜਿਹੜੀ ਸੁਟੇਬਲ ਚੀਜ਼ ਹੈ, ਜਿਹੜੀ ਰਾਈਟ ਚੀਜ਼ ਹੈ, ਵਧੀਆ ਚੀਜ਼ ਹੈ, ਜਿਹੜੀ ਅਸਲ ਵਿੱਚ ਪੰਜਾਬੀ ਵਿਰਸੇ ਨੂੰ ਰਿਪਰੈਜ਼ੈਂਟ ਕਰਦੀ ਹੈ, ਅਗਰ ਉਹ ਨਹੀਂ ਲਿਖਣੀ ਤੇ ਬਹੁਤ ਮਾੜੀ ਗੱਲ ਹੈ, ਉਹਦਾ ਵਿਰੋਧ ਕਰਦੇ ਆ। ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਤੇ ਬਾਕੀ ਜਗ੍ਹਾ ਇੱਕ ਹੋਰ ਤੁਸੀਂ ਗੱਲ ਦੱਸੀ ਹੋਣੀ ਹੈ, ਈਵਨ ਜਿਹੜੇ ਜਥੇ ਪਾਕਿਸਤਾਨ ਜਾਂਦੇ ਨੇ ਨਾ ਜੀ, ਤੇ ਲਾਹੌਰ ਤੋਂ ਨਨਕਾਣਾ ਸਾਹਿਬ ਜਾਂਦੇ ਆ, ਜਿੰਨੇ ਵੀ ਰਸਤੇ 'ਚ ਸਾਈਨ ਬੋਰਡ ਤੇ ਪੰਜਾਬੀ 'ਚ ਲਿਖਿਆ ਹੁੰਦਾ, ਸਿਟੀ ਦਾ, ਪਿੰਡ ਦਾ ਜਾਂ ਕਸਬੇ ਦਾ ਨਾਮ ਪੰਜਾਬੀ 'ਚ ਲਿਖਿਆ ਹੁੰਦਾ। ਇੱਕ ਉੱਤਰ ਹੈ, ਇੱਕ ਰਿਸਪੈਕਟ ਹੈ, ਇੱਕ ਜਿਹੜੀਆਂ ਸਰਕਾਰਾਂ ਚਾਹੁਣ ਤੇ ਦੇ ਸਕਦੀਆਂ ਨੇ। ਅਗਰ ਸਰਕਾਰਾਂ ਦੇ ਮਨ 'ਚ ਖੋਟ ਹੈ ਤੇ ਉਹ ਇਗਨੋਰ ਕਰਕੇ ਗਲਤ ਮਤ ਲੈ ਕੇ ਨਾਲੇ ਤੇ ਦਿਲਾਂ ਨੂੰ ਠੇਸ ਪਹੁੰਚਾ ਸਕਦੀ ਹੈ, ਨਾਲੇ ਇੱਕ ਇਨਸਲਟ ਕਰ ਸਕਦੀ ਹੈ ਲੈਂਗੁਏਜ ਦੀ। ਤੁਹਾਡਾ ਸਵਾਲ ਜਿਹੜਾ ਬਹੁਤ ਅਪਰੋਪਰੀਏਟ ਹੈ ਜੀ, ਵਧੀਆ, ਸੈਲੂਟ ਕਰਦੇ ਤੁਹਾਡੇ ਸਵਾਲ ਨੂੰ ਜੀ। ਤੇ ਮੈਂ ਸਵਾਲ ਕੀਤਾ ਸੀ ਤੁਹਾਨੂੰ ਆਪਣੇ ਸੁਰਿੰਦਰ ਜੀ, ਕੀ ਕਦੇ ਉਹ ਜਿਹੜੇ ਅਥਰੂ ਮਤਲਬ ਕਿਤੇ ਏਦਾਂ ਆਏ ਆ? ਫਿਰ ਜਵੰਦਾ ਸਾਹਿਬ ਤੋਂ ਹੀ ਪੁੱਛਣੀ ਹੈ, ਕਹਾਣੀ ਕਿਹਦੀ ਹੈ? ਕਿਤੇ ਖੁਦ ਦੀ ਆਪਣੀ ਤਾਂ ਨਹੀਂ ਜਵੰਦਾ ਸਾਹਿਬ ਦੀ ਜੀ? ਤੁਸੀਂ ਦੱਸੋ ਜੀ ਸੁਰਿੰਦਰ ਸਿੰਘ ਜੀ। ਡਾਕਟਰ ਸਾਹਿਬ, ਮੇਰੀ ਜ਼ਿੰਦਗੀ 'ਚ ਬੜੇ ਹਰ ਤਰ੍ਹਾਂ ਦਾ ਟਾਈਮ ਮੈਂ ਦੇਖਿਆ, ਥੋੜੀ ਸਟੋਰੀ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਹਾਂ। ਤੇ ਏਦਾਂ ਦਾ ਵੀ ਟਾਈਮ ਸੀਗਾ, ਇਹਨਾਂ ਕੋਲ ਸਟੋਰੀਆਂ ਮੇਰੇ ਕੋਲ ਬਹੁਤ ਹੈਗੀਆਂ ਵੈਸੇ ਤਾਂ, ਲੇਕਿਨ ਨਾ ਜਿਵੇਂ ਮੋਗੇ ਤੋਂ ਕਿਸ ਟਾਈਮ ਆਪਾਂ ਜਾਣਾ ਹੁੰਦਾ, ਤੁਸੀਂ ਤਾਂ ਕਾਫੀ ਉਮਰ 'ਚ ਫਰਕ ਆ ਆਪਣਾ ਹੈ, ਮੋਗੇ ਤੋਂ ਬੁੱਗੀਪੁਰੇ ਜਾਂ ਇੱਧਰਲੇ ਪਾਸੇ ਨੂੰ ਜਾਂ ਬੱਧਰੀ ਬੁੱਟਰ ਨੂੰ, ਏਦਾਂ ਦਾ ਉਹ ਟਾਂਗਾ ਹੁੰਦਾ ਸੀ, ਉੱਪਰੋਂ ਛੱਤ ਨਹੀਂ ਹੁੰਦੀ ਸੀਗੀ, ਜਦੋਂ ਮੀਂਹ ਪੈਣਾ ਉੱਤੇ ਪੈਣਾ, ਜੋ ਲਿੱਦ ਕਰਨੀ ਅੰਦਰ ਨੂੰ ਥੋੜੀ, ਕਈ ਕੁਛ ਜਾਣੀ ਬੜੇ ਬੜੇ ਹੁੰਦੇ ਸੀ ਕੂਣੀਆਂ, ਕੀ ਕਈ ਵਾਰੀ ਜੁੜ ਕੇ ਬੈਠਣਾ, ਕਈ ਵਾਰੀ ਉਹਨੇ ਟਾਂਗੇ ਵਾਲੇ ਨੇ ਉੱਦਾਂ ਬੈਠਣਾ, ਏਦਾਂ ਜਾਣੀ ਹਾਦਸੇ ਜਾਣੀ ਏਦਾਂ ਦੇ। ਫਿਰ ਟੈਂਪੂ ਸ਼ੈਂਪੂ ਆ ਗਏ ਜਾਂ ਹੋਰ ਕੁਝ ਹੋ ਗਿਆ। ਜਿਹੜੀ ਪਿੰਡਾਂ ਦੀ ਲਾਈਫ ਸੀ ਕਿ ਕਿਸੇ ਟਾਈਮ ਮੋਗੇ ਦੀ, ਤੁਸੀਂ ਆਪਣੇ ਪੇਰੈਂਟਸ ਨੂੰ ਪੁੱਛਾਂਗੇ, ਮੋਗਾ ਵੀ ਛੋਟਾ ਸੀ, ਮੋਗੇ ਦੀ ਲਾਈਫ ਵੀ ਬੜੀ ਜ਼ਬਰਦਸਤ ਸੀ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਲੇਕਿਨ ਬਾਕੀ ਉਹਦੇ ਬਾਅਦ ਜਿਹੜੀਆਂ ਉਹ ਫਾਟਕਾਂ ਦੇ ਕੋਲ ਹੀ ਆਪਣੇ ਹੁੰਦੇ ਸੀਗੇ, ਚੱਲਦੀ ਨਾ ਆਪਣੇ ਖਾਲਸਾ ਸਕੂਲ ਦੇ ਬਿਲਕੁਲ ਉਦੋਂ ਤਾਂ ਕੋਈ ਆਬਾਦੀ ਨਹੀਂ ਹੁੰਦੀ ਸੀ, ਬੜੀ ਥੋੜੀ ਜਿਹੀ ਸੀ। ਲੇਕਿਨ ਕਹਿਣ ਦਾ ਮਤਲਬ ਹੈ ਕਿ ਉਹ ਟਾਈਮ ਅਲੱਗ ਸੀ, ਲੋਕਾਂ ਨੇ ਹਰ ਤਰ੍ਹਾਂ ਦਾ
ਸਫ਼ਰ ਕੀਤਾ, ਮਹਿਣੇ ਤੋਂ ਉਤਰ ਕੇ ਬੁੱਗੀ ਤਰ੍ਹਾਂ ਪੈਦਲ ਵੀ ਆ ਜਾਂਦੇ ਸੀਗੇ, ਬੱਦਰੀ ਪੁੱਟ। ਜਾਣੀ ਮੇਰਾ ਮਤਲਬ ਹੈ ਏਦਾਂ ਦੇ ਖਹਿਣਾ ਕਰਨਾ, ਖਾਣਾ ਪੀਣਾ, ਜਾਣੀ ਜਿੱਦਾਂ ਇਹਨਾਂ ਕੋਲ ਸਟੋਰੀਆਂ। ਹਾਂ, ਸ਼ਾਇਦ ਮੇਰਾ ਉੱਤਰ ਵਾਹ ਨਾ ਪਿਆ ਹੋਵੇ, ਜਿਵੇਂ ਹੰਝੂਆਂ ਦੀ ਗੱਲ ਕਰਦੇ ਆ, ਸ਼ਾਇਦ ਮੈਂ ਛੋਟਾ ਸੀ, ਮੈਂ ਰਿਲਾਈਜ਼ ਨਹੀਂ ਕੀਤਾ। ਜਿਵੇਂ ਕਈ ਚੀਜ਼ਾਂ ਹੈਗੀਆਂ ਸ਼ਾਇਦ ਆਪਣੇ ਨਾਲੋਂ ਪਹਿਲਾਂ ਜਾਂ ਉਸ ਉਮਰ ਦਾ 5 ਸਾਲ ਦਾ 8 ਸਾਲ 6 ਸਾਲ ਦਾ ਬੱਚੇ ਨੂੰ ਨਹੀਂ ਗੱਲਾਂ ਦਾ ਪਤਾ ਹੁੰਦਾ। ਹੋ ਸਕਦਾ ਮੇਰੇ ਨਾਲ ਏਦਾਂ ਮੈਂ ਧਿਆਨ ਨਾ ਦਿੱਤਾ ਹੋਵੇ, ਲੇਕਿਨ ਉਹਦੇ ਬਾਅਦ ਗੱਲਾਂ ਵੈਸੇ ਕਾਫੀ ਬੀਤੀਆਂ ਮੇਰੀ ਲਾਈਫ 'ਚ ਵੀ। ਬਹੁਤ ਮਿਹਰਬਾਨੀ ਜੀ, ਧੰਨਵਾਦ, ਸ਼ੁਕਰੀਆ। ਸੋ ਐਕਚੁਅਲੀ ਜਵੰਦਾ ਸਾਹਿਬ ਥੋੜੀ ਜੀ ਨਾ ਸਿੰਦਰ ਹੁਣੀ ਜ਼ਿਆਦਾ ਕੁਛ ਮੈਂ ਜਿਹੜਾ ਸਵਾਲ ਕਰਨਾ ਚਾਹੁੰਦਾ, ਮੈਂ ਚਾਹੁੰਦਾ ਸੀ ਕਿ ਜਿਹੜੀ ਉਹ ਕਹਾਣੀ ਦੇ ਵਿੱਚ ਜਿਹੜੇ ਪਾਤਰ ਆ ਦੋ, ਕਿ ਜਿਹੜਾ ਇੱਕ ਮਰਦ ਆ ਬੰਦਾ, ਉਹਦੀ ਇੱਕ ਰਿਸਪੌਂਸਿਬਿਲਿਟੀ ਬਣ ਜਾਂਦੀ ਆ ਕਿ ਆਪਣੀ ਵਾਈਫ ਦੇ, ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨੇ। ਉਹ ਜਿਹੜਾ ਸੁਪਨਾ ਕਈ ਵਾਰ ਪੂਰਾ ਨਹੀਂ ਨਾ ਹੁੰਦਾ, ਤੇ ਫਿਰ ਬੰਦਾ ਜਾਂ ਤਾਂ ਕਿਸੇ ਦੇ ਸਾਹਮਣੇ, ਤੇ ਜਾਂ ਜੇ ਕੋਈ ਉਹ ਟਾਈਮ ਤੇ ਕੋਈ ਗੱਲ ਕਰੇ ਨਾ, ਫਿਰ ਜਿਹੜੇ ਨੂਰ ਵਗਦਾ ਅੱਖਾਂ 'ਚ, ਨੂਰ ਕਵਾਂਗੇ ਕੀ ਕਹਿੰਦੇ ਨੇ ਭਾਜੀ, ਜਿਹੜਾ ਉਹ ਵਗਦਾ ਨਾ ਆਕੜੋਂ, ਮੈਂ ਫਿਰ ਉਦੋਂ ਬੰਦਾ ਜਿਹੜਾ ਕਹਿੰਦਾ ਕਿ ਜਿਵੇਂ ਉਹ ਕਹਿ ਰਹੀ ਹੈ ਨਾ, ਜਿਹੜੀ ਉਹ ਦੁਕਾਨ ਦੀ ਮਾਲਕਣ ਆ ਕਹਿ ਰਹੀ ਆ ਕਿ ਉਸ ਤੋਂ ਬਾਅਦ ਮੇਰੇ ਉਹ ਜਿਹੜੇ ਜਜ਼ਬਾਤ ਪੂਰੇ ਕਰਨ ਲਈ, ਕਿ ਜੋ ਕੁਝ ਵੀ ਕੀਤਾ ਇਨਸਾਨ ਕਹਿੰਦੇ ਹੁੰਦੇ ਹਰ ਹੱਦ ਪਾਰ ਕਰ ਜਾਂਦਾ, ਇੰਨੀ ਮਿਹਨਤ ਕਰਦਾ ਜੀ, ਹੈ ਨਾ। ਸੋ ਜੀ ਜਵੰਦਾ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ? ਉਹਦੀ ਗੱਲ ਕੀਤੀ, ਇੱਕ ਪੰਜਾਬੀ ਦਾ ਗੀਤ ਹੈ ਜੀ, ਸਾਰਿਆਂ ਨੇ ਸ਼ਾਇਦ ਸੁਣਿਆ ਹੋਏਗਾ ਕਿ ਲੋਕਾਂ ਦੀਆਂ ਰੋਣ ਅੱਖੀਆਂ, ਸਾਡਾ ਰੋਂਦਾ ਹੈ ਦਿਲ ਮਾਈਆ। ਕੁਝ ਲੋਕ ਅੱਖੀਆਂ ਨਾਲ ਰੋ ਲੈਂਦੇ ਆ, ਤੇ ਕੁਝ ਲੋਕ ਉਹਨਾਂ ਦੇ ਦਿਲ ਤੋਂ ਹੰਝੂ ਵਗਦੇ ਆ, ਤੇ ਅੰਦਰ ਹੀ ਕਿਤੇ ਉਹ ਗਵਾਚ ਜਾਂਦੇ ਆ ਜੀ। ਔਰ ਤੁਸੀਂ ਇਹ ਦੇਖੋ, ਕੋਈ ਨਵਾਂ ਵਿਆਹ ਹੋਇਆ ਹੋਏ ਔਰ ਅੱਖੀਆਂ ਚੋਂ ਨੀਰ ਵਗਦਾ ਹੋਏ, ਤੇ ਉਹਦੇ ਜਜ਼ਬਾਤਾਂ ਦੀ, ਔਰ ਉਹਦੇ ਦੇਖੋ ਜਦੋਂ ਵੀ ਬੰਦੇ ਦਾ ਚਾਅ ਮਿਲਾਪ ਤਾਜ਼ੇ ਹੁੰਦੇ ਆ, ਨਵਾਂ ਵਿਆਹ ਹੁੰਦਾ, ਉਹਦਾ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਦੁਨੀਆ ਦੀਆਂ ਸਾਰੀਆਂ ਜਿਹੜੀਆਂ ਖੁਸ਼ੀਆਂ ਨੇ, ਦੌਲਤਾਂ ਨੇ, ਜਿੰਨੇ ਵੀ ਪ੍ਰਾਪਰਟੀਆਂ ਨੇ, ਸਾਰੀਆਂ ਮੈਂ ਇਕੱਠੀਆਂ ਕਰਕੇ, ਕਿਰਾਏ ਤੋਂ ਕਰਕੇ ਆਪਣੀ ਨਾਲ ਦੀ ਝੋਲੀ 'ਚ ਪਾ ਦਿਆਂ। ਠੀਕ ਹੈ। ਤੇ ਪਰ ਜਦੋਂ ਛੋਟੀ ਦੀ ਇੱਕ ਡਿਫੀਟ ਹੁੰਦੀ ਹੈ, ਛੋਟਾ ਜਿਹਾ ਇੱਕ ਹਾਰ ਫੀਲ ਕਰਨੀ ਪੈਂਦੀ ਹੈ ਕਿ ਮੈਂ ਇੱਕ ਛੋਟੀ ਜੀ ਉਹਦੇ ਵਾਸਤੇ ਆਹ ਕੰਮ ਵੀ ਨਹੀਂ ਕਰ ਸਕਿਆ। ਹੁਣ ਦੇਖੋ, ਤੁਸੀਂ ਕਈ ਵਾਰੀ ਦੇਖਿਆ ਹੋਏਗਾ, ਤੁਸੀਂ ਕਿਸੇ ਮਨਿਆਰੀ ਦੀ ਦੁਕਾਨ ਤੇ ਜਾਂਦੇ ਹੋ, ਕਿਸੇ ਸ਼ੋਰੂਮ ਤੇ ਜਾਂਦੇ ਹੋ, ਇੱਥੇ ਤੇ ਚਲੋ ਡਿਫਰੈਂਟ ਹੈ, ਪ੍ਰਾਈਸ ਟੈਗ ਲੱਗੇ ਹੁੰਦੇ ਨੇ ਜੀ, ਬਟ ਪੰਜਾਬ ਕੋਲ ਕਰਦਾ ਕਿ ਕੁਝ ਲੋਕ ਵਿਚਾਰੇ ਇੱਕ ਸਾਈਡ ਤੇ ਖਲੋ ਕੇ ਸੋਚ ਰਹੇ ਹੁੰਦੇ ਆ, ਕੁਝ ਲੋਕ ਧੜ ਸ਼ਾਪਿੰਗ ਕਰੀ ਜਾਂਦੇ ਆ। ਠੀਕ ਹੈ ਜੀ। ਕੁਝ ਲੋਕ ਸੋਚ ਰਹੇ ਹੁੰਦੇ, ਉਹਨਾਂ ਦੀ ਮਨੋ ਅਵਸਥਾ ਜਿਹੜੀ ਹੈ ਉਹ ਬਿਲਕੁਲ ਇਦਾਂ ਦੀ ਹੁੰਦੀ ਹੈ ਕਿ ਮੈਂ ਲਵਾਂ ਕਿ ਨਾ ਲਵਾਂ, ਜਾਂ ਮੇਰੇ ਕੋਲ ਲਈ ਜਾਏਗੀ ਚੀਜ਼ ਕਿ ਨਹੀਂ ਲਈ ਜਾਏਗੀ। ਜੇ ਮੈਂ ਲੈ ਲਈ ਤੇ ਮੇਰੇ ਕੋਲ ਬਾਕੀ ਦੇ ਮਹੀਨੇ ਵਾਸਤੇ ਰਾਸ਼ਨ ਜੋਗੇ ਪੈਸੇ ਹੋਣੇ ਕਿ ਨਹੀਂ, ਫੀਸ ਜੋਗੇ ਪੈਸੇ ਮੇਰੇ ਕੋਲ ਬਚਣੇ ਕਿ ਨਹੀਂ ਬਚਣੇ। ਠੀਕ ਹੈ ਜੀ। ਉਹ ਸਟਰਗਲ ਹੁੰਦੀ ਹੈ ਜਿਹੜੀ ਮਨ ਇੱਕ ਕਿਸਮ ਦਾ ਘਮਸਾਨ ਚੱਲ ਰਿਹਾ ਹੁੰਦਾ, ਔਰ ਇਸੇ ਘਮਸਾਨ ਦੇ ਵਿੱਚ ਜਦੋਂ ਉਹ ਧੜਾ ਦੇਖਦਾ ਲੋਕੀ ਨਿਵਾਜ ਸ਼ਾਪਿੰਗ ਕਰੀ ਜਾ ਰਹੇ ਆ, ਤੇ ਫਿਰ ਉਹ ਹੋਰ ਡਿਪਰੈਸ ਹੋ ਜਾਂਦਾ ਕਿ ਯਾਰ ਮੈਂ ਇੰਨਾ ਵੀ ਨਹੀਂ, ਲੋਕੀ ਇੰਨਾ ਕੁਝ ਕਰ ਰਹੇ ਤੇ ਮੈਂ ਇੰਨਾ ਵੀ ਨਹੀਂ ਕਰ ਸਕਦਾ। ਫਿਰ ਨਾਲ ਕੋਈ ਤੁਸੀਂ ਦੇਖਿਆ ਹੋਵੇਗਾ, ਬੱਚੇ ਕਹਿੰਦੇ ਪਾਪਾ ਅਸੀਂ ਉਹ ਵੀ ਲੈਣਾ ਹੈਗਾ, ਪਾਪਾ ਅਸੀਂ ਉਹ ਵੀ ਲੈਣਾ ਹੈਗਾ, ਹਨਾ ਜੀ। ਤੋ ਇੱਕ ਇਨਸਾਨ ਇੱਕ ਟਾਈਮ ਤੇ ਕਿੰਨੇ ਮੁਹਾਜ਼ਾਂ ਤੇ ਲੜ ਰਿਹਾ ਹੁੰਦਾ, ਤੇ ਉਹ ਲੜਾਈ ਜਿਹੜੀ ਹੈ ਨਾ, ਉਸ ਨੂੰ ਹੀ ਜ਼ਿੰਦਗੀ ਦਾ ਨਾਮ ਦਿੱਤਾ ਗਿਆ ਜੀ। ਬਿਲਕੁਲ ਜਵੰਦਰ ਸਾਹਿਬ, ਇੱਕ ਨਾ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਆਪਣੀ ਖੁਸ਼ੀਆਂ ਦੇ ਲਈ, ਹਨਾ, ਬੰਦਾ ਕੁਝ ਵੀ ਕਰਦਾ, ਇਨਸਾਨ ਕੁਝ ਵੀ ਕਰਦਾ, ਹਾਰਡ ਵਰਕ ਕਰਦਾ, ਹਨਾ, ਤੇ ਹੋਰ ਵੀ ਕੋਈ ਗਲਤ ਰਾਹ ਵੀ ਚੁਣ ਸਕਦਾ। ਜਿਸ ਤਰ੍ਹਾਂ ਇਹ ਕਹਾਣੀ ਦੇ ਵਿੱਚ ਪਾਤਰ ਜਿਹੜੇ ਆ ਨਾ, ਜਿਹੜਾ ਮੇਨ ਪਾਤਰ ਉਹ ਲੇਡੀ ਆ, ਉਹ ਓਨਰ ਆ ਦੁਕਾਨ ਦੀ ਉਸ ਟਾਈਮ। ਸੋ ਜੋ ਉਹਨੇ ਕੀਤਾ ਉਹ ਤੋਂ ਸਿੱਖਿਆ ਤਾਂ ਜੋ ਮੈਂ ਸੋਚ ਰਿਹਾ ਇਹੀ ਨਿਕਲਦੀ ਆ ਕਿ ਜਵੰਦਰ ਸਾਹਿਬ, ਡਾਲਰ, ਪੈਸੇ, ਸ਼ੋਹਰਤ, ਬੜਾ ਕੁਝ ਮਿਲ ਜਾਂਦਾ, ਪਰ ਜਿਹੜੀਆਂ ਤੁਹਾਡੇ ਕਰਕੇ ਕਿਸੇ ਨੂੰ ਖੁਸ਼ੀ ਮਿਲ ਜਾਣੀ ਆ, ਜੋ ਉਸ ਪਾਤਰ ਨੇ ਆਪਣੇ ਗਾਹਕ ਨੂੰ ਇੱਕ ਉਹ ਮਤਲਬ ਹੋਰ ਉਹਦਾ 200 ਰੁਪਈਆ ਬਚਾ ਕੇ ਉਹ ਚੀਜ਼ ਖੁਸ਼ੀ ਦਿੱਤੀ, ਮੈਨੂੰ ਲੱਗਦਾ ਜਿਹੜੀ ਉਹ ਅੰਦਰੋਂ ਦੂਸਰੇ ਦੀ ਇੱਕ ਨਾ ਅੰਦਰੋਂ ਵੇਵਜ਼ ਨਿਕਲਦੀਆਂ, ਹੈ ਨਾ। ਸੋ ਜਿਹੜੀ ਉਹ ਖੁਸ਼ੀ ਉਹ ਇਨਸਾਨ ਨੂੰ ਮਿਲੀ, ਜਿਵੇਂ ਉਹ ਕਹਿ ਰਹੀ ਨਾ, ਕਦੇ ਉਹ ਦੇਖ ਰਿਹਾ ਸੀਗਾ ਜਿਹੜੇ ਉਹ ਖਰੀਦਦਾਰ ਸੀ, ਤੇ ਕਦੇ ਉਹ ਦੁਕਾਨਦਾਰ ਪਾਤਰ ਨਾਲ ਦੇਖ ਰਿਹਾ ਸੀਗਾ, ਹੈ ਨਾ। ਸੋ ਉਹ ਜਿਹੜੀ ਚੀਜ਼ ਆ, ਜਿਹੜੀ ਸਿੱਖਿਆ ਜਵੰਦਰ ਸਾਹਿਬ ਸਾਨੂੰ ਇਹ ਚੋਂ, ਮੈਨੂੰ ਜੋ ਲੱਗਦਾ ਇਹੀ ਨਿਕਲਦੀ ਆ ਕਿ ਕਦੇ ਹਮੇਸ਼ਾ ਤਾਂ ਨਹੀਂ ਬਿਜ਼ਨਸਮੈਨ ਕਰ ਸਕਦਾ, ਪਰ ਕਦੇ ਕਿਸੇ ਦੀਆਂ ਖੁਸ਼ੀਆਂ ਲਈ
ਉਹਨੂੰ ਆਪਣੀ ਮਤਲਬ ਉਹਨੂੰ ਆਪਣੇ ਆਪ ਨੂੰ ਮਤਲਬ ਨਾ ਬੰਦੇ ਨੂੰ ਪ੍ਰਾਊਡ ਫੀਲ ਹੁੰਦਾ ਜੀ ਜਦੋਂ ਆਪਣੀ ਵਾਈਫ ਕੋਲੇ ਜਾਂ ਬੱਚਿਆਂ ਕੋਲੇ ਉਹ ਕੁਝ ਕਰਦਾ ਨਾ ਕਦੇ ਮੈਨੂੰ ਲੱਗਦਾ ਬਿਜ਼ਨਸ ਦੇ ਵਿੱਚ ਭਾਜੀ ਕੰਪਰੋਮਾਈਜ਼ ਕਰ ਲੈਣਾ ਚਾਹੀਦਾ। ਹਰ ਜਗ੍ਹਾ ਬਿਜ਼ਨਸ ਨਹੀਂ ਕਰਨਾ ਚਾਹੀਦਾ ਕਿ ਮੈਨੂੰ ਡਾਲਰ ਬਣਨੇ ਚਾਹੀਦੇ ਆ ਜੀ। ਬਿਲਕੁਲ ਠੀਕ ਹੈ, 100% ਮੈਂ ਐਗਰੀ ਕਰਦਾ ਜੀ ਕਿ ਇੱਕ ਕਾਰੋਬਾਰੀ ਬੰਦੇ ਕੋਲ ਡੇਲੀ ਬੇਸਿਸ ਤੇ ਕਈ ਇਸੇ ਤਰ੍ਹਾਂ ਦੇ ਸਿਚੁਏਸ਼ਨ ਆਉਂਦੀਆਂ ਨੇ ਜਿਹਦੇ ਚ ਇੱਕ ਪਾਸੇ ਪ੍ਰੋਫਿਟ ਹੁੰਦਾ ਹੈ, ਇੱਕ ਪਾਸੇ ਦੁਆਵਾਂ ਹੁੰਦੀਆਂ। ਠੀਕ ਹੈ ਜੀ, ਤੇ ਮੇਰਾ ਤੇ ਇਹੋ ਹੀ ਹੈ ਕਿ ਪ੍ਰੋਫਿਟ ਤੇ ਦੇਖੋ ਆਉਂਦਾ ਰਹਿੰਦਾ ਹੈ ਅਗਰ ਬੰਦਾ ਓਨੈਸਟਲੀ ਕੰਮ ਕਰੇ ਤਾਂ ਜੀ। ਮੇਰਾ ਇੱਕ ਬਹੁਤ ਹੁੰਦਾ ਸੀ ਤੇ ਉਹ ਮੈਂ ਨਵਾਂ ਰੀਅਲ ਸਟੇਟ ਆਇਆ ਤੇ ਮੈਨੂੰ ਉਹਨੇ ਇੱਕ ਗੱਲ ਕਹੀ ਸੀ ਕਿ ਹਰਪ੍ਰੀਤ, ਮੈਨੂੰ ਪਤਾ ਹਰ ਬੰਦੇ ਕੋਲ ਇੱਕ ਪਲਾਨ ਹੁੰਦਾ, ਇੱਕ ਸਟ੍ਰੈਟਜੀ ਹੁੰਦੀ ਹੈ ਕਿ ਮੈਂ ਬਿਜ਼ਨਸ ਆਨ ਕਰਾਂਗਾ ਤੇ ਮੇਰਾ ਪ੍ਰੋਫਿਟ ਵਧੂਗਾ, ਮੇਰੇ ਕੋਲ ਗਾਹਕ ਵਧਣਗੇ, ਮੇਰੇ ਕੋਲ ਕਲਾਇੰਟਲ ਬੇਸ ਵਧੂਗਾ। ਪਰ ਮੈਂ ਤੈਨੂੰ ਇੱਕ ਐਡਵਾਈਸ ਕਰਦਾ ਜੀ ਕਿ ਤੂੰ ਕੰਮ ਓਨੈਸਟਲੀ ਕਰੀ ਜਾ, ਐਥੀਕਲੀ ਕਰੀ ਜਾ, ਔਰ ਇੱਕ ਸਟੇਜ ਐਸੀ ਆਏਗੀ ਕਿ ਤੈਨੂੰ ਬਿਜ਼ਨਸ ਪਿੱਛੇ ਭੱਜਣ ਦੀ ਲੋੜ ਨਹੀਂ, ਤੇਰੇ ਪਿੱਛੇ ਬਿਜ਼ਨਸ ਆਪ ਖੁਦ ਭੱਜੇਗਾ। ਸੋ ਹਾਂਜੀ, ਔਰ ਉਹ ਜਿਹੜੀ ਹੈ ਉਹਨੂੰ ਜਦੋਂ ਪ੍ਰੈਕਟੀਕਲੀ ਇੰਪਲੀਮੈਂਟ ਕੀਤਾ ਹੈ ਤੇ ਇੱਕ ਚੀਜ਼ ਸੋਚੀ ਹੈ ਕਿ ਜਦੋਂ ਸਿਚੁਏਸ਼ਨ ਕੋਈ ਐਸੀ ਆਵੇ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਦੱਸਾਂ ਕਹਾਣੀ ਕਿ ਮੇਰੇ ਕੋਲ ਇੱਕ ਕਲਾਇੰਟ ਆਏ ਕਿ ਇੱਕ ਘਰ ਸੇਲ ਤੇ ਲਾਉਣਾ ਹੈਗਾ ਤੇ ਥੋੜੇ ਜਿਹੇ ਬੁੱਝੇ ਸੀ ਥੋੜੇ ਏਰੇ ਤੋਂ ਹਨਾ ਜੀ। ਤੇ ਉਹ ਮੈਨੂੰ ਲੱਗਿਆ ਕਿ ਇਹਨਾਂ ਨੂੰ ਘਰ ਵੇਚਣ ਦਾ ਸ਼ੌਕ ਨਹੀਂ ਹੈ, ਇਹਨਾਂ ਨੂੰ ਮਜਬੂਰੀ ਵਸ ਵੇਚਣਾ ਪੈ ਰਿਹਾ ਜੀ। ਮੈਂ ਤੇ ਕੀ ਪ੍ਰੋਬਲਮ ਹੈ, ਕਿਉਂ ਵੇਚ ਰਹੇ ਇੰਨਾ ਸੋਹਣਾ ਘਰ? ਇਹਨਾਂ ਦੇ ਦੋ ਭਰਾ ਸੀ, ਮੈਂ ਮੇਨ ਫਲੋਰ ਤੇ, ਥੱਲੇ ਮੇਰਾ ਛੋਟਾ ਭਰਾ ਰਹਿੰਦਾ। ਆਪਸ ਕਿਸੇ ਕਾਰਨ ਕਰਕੇ ਸਾਡੀ ਡਿਫਰੈਂਸਸ ਆ ਗਏ ਆ ਤੇ ਅਸੀਂ ਵੇਚਣਾ ਪੈ ਰਿਹਾ। ਹੁਣ ਦੇਖੋ ਉਸ ਟਾਈਮ ਤੇ ਮੇਰੇ ਕੋਲ ਤਿੰਨ ਆਪਸ਼ਨ, ਮਤਲਬ ਦੋ ਆਪਸ਼ਨ ਸੀ ਕਿ ਦੋਨੋਂ ਭਰਾਵਾਂ ਉਹ ਘਰ ਵੇਚ ਕੇ ਉਹ ਤੋਂ ਕਮਿਸ਼ਨ ਬਣਾਉਂਦਾ, ਦੋਨੋਂ ਭਰਾਵਾਂ ਨੇ ਮੁੜ ਕੇ ਘਰ ਵੀ ਲੈਣੇ ਸੀ, ਉਹ ਤੋਂ ਵੀ ਕਮਿਸ਼ਨ ਬਣਦਾ ਜੀ। ਉਹ ਆਪਸ਼ਨ ਸੀ ਕਿ ਜੇ ਇਹਨਾਂ ਦਾ ਪੈਚਅਪ ਕਰਵਾ ਦਿੱਤਾ ਜਾਏ ਕਿਸੇ ਤਰ੍ਹਾਂ ਨਾਲ, ਕਿਉਂਕਿ ਮੈਨੂੰ ਪਤਾ ਸੀ ਕਿ ਘਰ ਬਹੁਤ ਸੋਹਣਾ। तो अल्टीमेटली परमात्मा ने मेहर की थी, उन्होंने पैचअप हो गया ते पैचअप हो गया ते वो इंसान लिफाफे च बंद करके पैसे मेरे को लेके आया जी। आ लो तुसीं इन्नी वारी घरे आए हो, तुसीं टाइम वेस्ट कीता साडे ते तुहानूं कमीशन बनया नहीं। तो मैं फिर अखां बंद करके परमात्मा ने शुक्र किया, मैं कहा भी पैसों की खेत चाहे ना बनया होए पर उस सौदे ने मैनूं बड़ा उम्मीद कर दिता है। बिल्कुल सही गल है, बिल्कुल सही गल भाजी, यही मिलनी चाहिए, यही जी अमीरी है ना भाजी, ये आप तुरे फिरदे है ना, इसलिए तुरे फिरदे हैं। तो दोस्तों हुण जिहड़ा पहला भाग आ इहदा समा जिहड़ा समाप्ता ते अगले भाग दे विच आपां जिहड़ी गलबात करनी आ विनीपैग शहर दी। तो मैं जरूर कहूँगा दोस्तों तुहाडे कोल भी कोई इदां दी कहानी हुंदी आ, स्क्रीन ते नंबर हरप्रीत जवंदा साहब दा आ रहा, तुसीं जरूर दस्सिया करो। फिर उस तो बाद जदों अपनी कहानी नूं कलम दे विच लिख के जवंदा साहब ते पंजाब टीवी ते देसी रंग शो दे विच अपने एक वक्रे जे अंदाज दे विच पेश करनगे ना, तो देखियो फिर किन्नी किस तरह का तुहानूं फील होऊगा। जरूर तुसीं कॉल करनी है, जवंदा साहब नूं कॉल करनी। एक कॉलर ले लईए लास्ट दे विच, फिर उस तो बाद पहले भाग की आपां समाप्ति करांगे। सत श्री अकाल जी। सत श्री अकाल धनंजय जी। जी जी आया नूं किस तरह लगी कहानी? बहुत सोहनी लगी कहानी। ये तो पता नहीं जी जेड़ा तुसीं जो गल कीती ना, मतलब तुसीं पता नहीं किन्ने करोड़ां लखां दी गल कर गए जी, है जी जी। भी जेड़ा तुसीं कहना भी 200 नाल मैं कहना भी ये जेड़ा मौका किसी ने गवा लिया वो तो इंसान ही नहीं जी, जेड़ी ये मौका भी इहो जिहा गवा लवे आपदी जिंदगी, जेड़ा तुसीं कहने भी 200 रुपया दिता होगा जी जी बिल्कुल। ये तो मौका मैं ना परमात्मा दिंदा ही किसे नूं दिंदा जी। बिल्कुल सही गल इह है तुहाडी कि मौका ही बहुत घट मिलता जी, वो मौका गवाउणा नहीं चाहिए, किते कदे नहीं मौका गवाउणा चाहिए। बिल्कुल सही गल है जी। जो ना एक कल ही उन्होंने शेर सी लवराना का जी, हाउस सोने की दुकानों पे भटती है, गरीबी कान शुरुआती है, तिनका डाल लेती है। वो तिनका डालने का क्यों मौका देना किसी को, है जी? ये साडी सुन्नत है जी। जी बिल्कुल बिल्कुल बहुत शुक्रिया शुक्रिया जी, बहुत धन्यवाद। सो एक कॉल होर सी कट्टी गई, कोई गल नहीं, अगले भाग दे विच तुसीं कॉल कर लिओ। जो कॉल करदे हो ना प्लीज़ थोड़ा जिहा समा
ਹੋਲਡ ਕਰ ਲਿਆ ਕਰੋ। ਤੇ ਸਾਡੇ ਮਿਕਸਰ ਵਗੈਰਾ ਆਡੀਓ ਮਿਕਸਰ ਨਵੇਂ ਲੱਗੇ ਆ, ਕਈ ਵਾਰ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਨੂੰ ਆਵਾਜ਼ ਨਹੀਂ ਸੁਣਦੀ, ਤੁਹਾਡੀ ਕਾਲ ਆ ਜਾਂਦੀ ਆ ਆਟੋਮੈਟਿਕ ਹੀ ਉਹ ਹੋਲਡ ਤੇ ਚਲੀ ਜਾਂਦੀ ਆ, ਤੇ ਜਦੋਂ ਪਹਿਲੀ ਕਾਲ ਸਮਾਪਤ ਹੋਊਗੀ ਜਾਂ ਜਿਵੇਂ ਚੱਲਦੀ ਕੋਈ ਗੱਲ ਆ ਜੀ ਉਹ ਸਮਾਪਤ ਹੋਊਗੀ, ਤੇ ਕੋਸ਼ਿਸ਼ ਹੁੰਦੀ ਆ ਸਾਡੀ ਕਿ ਰਾਈਟ ਵੇ ਤੁਹਾਡੀ ਕਾਲ ਨੂੰ ਆਪਾਂ ਔਨ 에ਅਰ ਕਰ ਲਈਏ। ਨੰਬਰ 9056739700। ਸੋ ਹੁਣ ਮੈਨੂੰ ਲੱਗਦਾ ਜਵੰਦਰ ਸਾਹਿਬ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਮੈਂ ਚਾਹੁੰਦਾ ਹੁਣ ਕਿ ਵਿਨੀਪੈਗ ਸ਼ਹਿਰ ਦੀ ਆਪਾਂ ਗੱਲਬਾਤ ਕਰ ਲਾਂਗੇ, ਕੀ ਕੁਛ ਉੱਥੇ ਪਿਛਲੇ ਵੀਕ ਦੇ ਵਿੱਚ ਹੋਇਆ ਤੇ ਕਿਸ ਤਰ੍ਹਾਂ, ਕਿਉਂਕਿ ਤੁਸੀਂ ਰੀਅਲ ਸਟੇਟ ਦੇ ਨਾਲ ਸੰਬੰਧ ਰੱਖਦੇ ਹੋ ਤੇ ਰੀਅਲ ਸਟੇਟ ਦੀ ਮਾਰਕੀਟ ਬਾਰੇ ਵੀ ਜ਼ਰੂਰ ਗੱਲਬਾਤ ਕਰ ਲਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਤੇ ਆਪਾਂ ਹੁਣੀ ਗਏ ਹੁਣੀ ਵਾਪਸ ਆਏ ਜੀ।